ਸਤਿ ਸ਼੍ਰੀ ਅਕਾਲ। ਲੋਕਰਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੀ ਆਇਆ। ਧੰਨਵਾਦ ਜੀ। ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਤੁਸੀਂ ਉਹਨਾਂ ਦੇ ਰੂਬਰੂ ਕਰਾ ਰਹੇ ਹੋ ਜੀ। ਦੋਸਤੋ, ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ। ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਮੌਜੂਦਾ ਸੱਤਾ ਧਿਰ ਹੈ। 92 MLA ਨੇ ਤੇ ਤਗੜੀ ਮੈਜੋਰਟੀ ਦੇ ਵਿੱਚ ਪੰਜਾਬੀਆਂ ਨੇ ਹਾਂ ਪੱਖੀ ਹੁੰਗਾਰਾ ਵੀ ਦਿੱਤਾ ਸੀ। ਪਰ ਆਖਰ 3 ਮਹੀਨੇ ਬਾਅਦ ਪੰਜਾਬੀ ਖਾਸ ਕਰਕੇ ਜੋ ਸੰਗਰੂਰ ਦੀ ਚੋਣ ਸੀ ਉਹ ਸੀਟ ਆਮ ਆਦਮੀ ਪਾਰਟੀ ਹਾਰ ਗਈ। ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਗਏ। ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਗੱਲ ਕਰ ਰਿਹਾ ਸੀ। ਹਾਲਾਂਕਿ ਬੰਦੀ ਸਿੰਘਾਂ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਉਹ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤਣ ਦੀ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ। ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਵੀ ਪੰਥ ਦੀ ਤਰਜਮਾਨੀ ਦੀ ਗੱਲ ਕਰਦੇ ਨੇ। ਉਹ ਕਹਿੰਦੇ ਨੇ ਕਿ ਪੰਥਕ ਇਸ਼ੂ ਅਸੀਂ ਅੱਗੇ ਲੈ ਕੇ ਜਾਵਾਂਗੇ। ਸ਼੍ਰੋਮਣੀ ਅਕਾਲੀ ਦਲ 5ਵੇਂ ਨੰਬਰ ਤੇ ਆਇਆ। ਜੋ BJP ਹੈ, BJP ਨੇ ਕੇਵਲ ਢਿੱਲੋਂ ਨੂੰ ਜੁਆਇਨ ਕਰਾਇਆ ਤੇ ਉੱਥੋਂ ਉਹਨਾਂ ਨੂੰ ਫਿਰ ਟਿਕਟ ਦਿੱਤੀ। ਚੰਗਾ ਰਿਸਪੌਂਸ ਇੱਕ ਕਹਿ ਸਕਦੇ ਹਾਂ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ BJP ਨੂੰ ਚੰਗਾ ਰਿਸਪੌਂਸ ਮਿਲਿਆ। ਕਾਂਗਰਸ ਦਲਵੀਰ ਸਿੰਘ ਗੋਲਡੀ ਸਾਬਕਾ MLA ਨੇ ਧੂਰੀ ਤੋਂ ਉਹ ਤੇ ਯੰਗ ਫੇਸ ਨੇ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰਿਆ। ਪਰ ਇਸ ਸਭ ਕਾਸੇ ਦੇ ਵਿੱਚ ਜੋ ਸਮਝਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਖੇਤਰੀ ਪਾਰਟੀ ਹੈ ਉਹ 5ਵੇਂ ਨੰਬਰ ਤੇ ਚਲੀ ਗਈ। ਕਾਂਗਰਸ ਦਾ ਆਪਸੀ ਖਲਾਰਾ ਉਹ ਸੀਟ ਹਾਰ ਗਏ। ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਜਾਣਗੇ ਤੀਜੀ ਵਾਰ। ਹੁਣ ਇਹਨਾਂ ਪਾਰਟੀਆਂ ਦਾ ਭਵਿੱਖ ਕੀ ਹੋਊਗਾ? ਆਮ ਆਦਮੀ ਪਾਰਟੀ ਦੇ ਜੋ ਅਗਲੇ ਕਦਮ ਹੋਣਗੇ ਉਹ ਕੀ ਹੋਣਗੇ? ਕਿਉਂਕਿ 24 ਸਾਹਮਣੇ ਹੈ, 24 ਦੀ ਇਲੈਕਸ਼ਨ ਸਾਹਮਣੇ ਹੈ। ਹਾਲਾਂਕਿ ਇੱਕ ਤਾਂ ਫਰੇਮ ਆਹ ਵੀ ਹੈ ਦਿੱਲੀ ਦੀ, ਜਿਵੇਂ ਅਸੀਂ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਉੱਥੇ ਸੱਤਾ ਧਿਰ ਹੈ, ਪਰ ਜੋ 7 MP ਨੇ ਉਹ ਭਾਜਪਾ ਦੇ ਨੇ। ਕਿ ਪੰਜਾਬ ਦੇ ਵਿੱਚ ਵੀ ਹੁਣ ਇੱਦਾਂ ਹੋਊਗਾ? ਵਿਧਾਨ ਸਭਾ ਦੇ ਕਾਬਜ਼ ਆਮ ਆਦਮੀ ਪਾਰਟੀ ਹੋਊਗੀ ਤੇ ਜੋ ਮੈਂਬਰ ਪਾਰਲੀਮੈਂਟ ਹੋਣਗੇ ਉਹ ਹੋਰ ਪਾਰਟੀਆਂ ਦੇ ਹੋਣਗੇ। ਖੈਰ 24 'ਚ ਕੀ ਹੋਊਗਾ ਭਵਿੱਖ ਦੱਸੂਗਾ ਇਹ। ਪਰ ਅਲੱਗ-ਅਲੱਗ ਪਾਰਟੀਆਂ ਦੇ ਉੱਤੇ, ਆਮ ਆਦਮੀ ਪਾਰਟੀ ਦੇ ਉੱਤੇ ਕੀ ਇਹਦੇ ਪ੍ਰਭਾਵ ਪਏ ਨੇ, ਕਿਵੇਂ ਅੱਗੇ ਵਧਣਗੇ ਉਹ, ਇਸ ਸਾਰੇ ਮਸਲੇ 'ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਧਾਲੀਵਾਲ ਸਾਹਿਬ ਨੇ। ਧਾਲੀਵਾਲ ਸਾਹਿਬ, ਆਖਰ 3 ਮਹੀਨੇ ਬਾਅਦ ਹੀ ਫਿਜ਼ਾ ਬਦਲ ਗਈ ਤਾਂ ਸੰਗਰੂਰ ਦੀ। ਭੰਗੂ ਸਾਹਿਬ, ਇਹਦੇ ਵਿੱਚ ਇਹ ਹੈ, ਇਹ ਘਟਨਾਵਾਂ ਨੂੰ ਜੇ ਤਾਂ ਆਪਾਂ ਥੋੜ੍ਹਾ ਜਿਹਾ ਇਹਦੇ ਸਿਮਿਲਰ ਇੱਦਾਂ ਦੀਆਂ ਘਟਨਾਵਾਂ ਪਹਿਲਾਂ ਹੋਈਆਂ ਨੇ ਉਹਨਾਂ ਦੇ ਨਾਲ ਜੋੜ ਕੇ ਦੇਖੀਏ ਤਾਂ ਇਹਦੇ ਅਰਥ ਜਲਦੀ ਸਮਝ 'ਚ ਆ ਜਾਂਦੇ ਨੇ। UP ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀ ਆ ਹੁਣ ਦੁਬਾਰਾ ਜਿੱਤੇ ਨੇ ਮੁੱਖ ਮੰਤਰੀ ਜੀ, ਜਦੋਂ ਇਸ ਤੋਂ ਪਹਿਲਾਂ ਯੋਗੀ ਮੁੱਖ ਮੰਤਰੀ ਬਣੇ ਤਾਂ ਉਹਨਾਂ ਦੇ ਇੱਕ ਮੁੱਖ ਮੰਤਰੀ ਯੋਗੀ ਜੀ ਅਤੇ ਇੱਕ ਉਹਨਾਂ ਦੇ ਡਿਪਟੀ ਮੁੱਖ ਮੰਤਰੀ ਕੇਸ਼ਵ ਮੌਰੀਆ, ਸ਼ਾਇਦ ਉਹਨਾਂ ਦਾ ਨਾਂ, ਜੇ ਮੈਂ ਗਲਤ ਨਾ ਹੋਵਾਂ, ਦੋ ਜਿਹੜੇ ਇਹ ਵੱਡੇ ਨੇਤਾ ਸੀ, ਸਰਕਾਰ 'ਚ ਉੱਚੀਆਂ ਪਦਵੀਆਂ 'ਤੇ ਸੀ, ਇਹ ਮੈਂਬਰ ਪਾਰਲੀਮੈਂਟ ਤੋਂ ਰਿਜ਼ਾਈਨ ਦੇ ਕੇ ਆਏ। ਤੇ ਉਹਨਾਂ ਦੋਨਾਂ 'ਚ ਜਦੋਂ ਚੋਣ ਹੋਈ ਤਾਂ ਸਾਰੀਆਂ ਵਿਰੋਧੀ ਧਿਰਾਂ ਨੇ ਇਕੱਠੀਆਂ ਹੋ ਕੇ ਚੋਣ ਲੜੀ ਤੇ ਉੱਥੇ ਉਹ ਦੋਨੇ ਜ਼ਿਮਨੀ ਚੋਣਾਂ ਹਾਰ ਗਏ। ਪਰ ਉਹਨਾਂ ਨੇ ਉਸ ਤੋਂ ਇੱਕ ਸਬਕ ਸਿੱਖਿਆ। ਅਗਲੀ ਜਿਹੜੀ ਅਸੈਂਬਲੀ ਚੋਣ ਆਈ ਫਿਰ ਉਹਨਾਂ ਨੇ ਆਪਣੀ ਰਣਨੀਤੀ ਐਸੀ ਬਣਾਈ ਤੇ ਉਹ ਦੁਬਾਰੇ ਜਿੱਤ ਗਏ। ਠੀਕ ਹੈ। ਇੱਥੇ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇਹ ਹੁਣ ਡਿਪੈਂਡ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਰਣਨੀਤੀ ਕੀ ਰਹਿੰਦੀ ਹੈ। ਜੇ ਤਾਂ ਉਹ ਆਪਣੀਆਂ ਗਲਤੀਆਂ ਨੂੰ ਸਮਝਦੇ ਨੇ ਫਿਰ ਤਾਂ ਠੀਕ ਹੈ। ਕੱਲਾ ਇਹ ਨਹੀਂ ਕਿ ਉਹਨੂੰ ਭਗਵੰਤ ਮਾਨ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਮਝਦੀ ਹੈ, ਕਿ ਦਿੱਲੀ ਦੀ ਆਮ ਆਦਮੀ ਪਾਰਟੀ ਜਾਂ ਜਿਹੜੀ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ ਉਹ ਇਸ ਚੀਜ਼ ਨੂੰ ਸੀਰੀਅਸਲੀ ਲੈਂਦੀ ਹੈ ਕਿ ਅਸੀਂ ਪੰਜਾਬ 'ਚ ਕਿਉਂ ਹਾਰੇ। ਜੇਕਰ ਉਹ ਉਸੇ ਤਰ੍ਹਾਂ ਰੱਖਣ, ਨਾ ਸੁਧਰਨ ਕਿ ਨਹੀਂ ਜੀ ਅਸੀਂ ਤਾਂ ਭਗਵੰਤ ਮਾਨ ਨੂੰ ਆਪਦੇ ਮੁਤਾਬਕ ਚਲਾਉਣਾ ਹੈ, ਫਿਰ ਮੇਰਾ ਖਿਆਲ ਹੈ ਰਿਜ਼ਲਟ ਹੋਰ ਤਰ੍ਹਾਂ ਦੇ ਹੋ ਸਕਦੇ ਨੇ। ਜੇ ਉਹ ਸੁਧਾਰ ਕਰਕੇ ਨਵੀਂ ਰਣਨੀਤੀ ਬਣਾ ਕੇ ਚੱਲਣ ਤਾਂ ਕੋਈ ਰਿਜ਼ਲਟ ਪੋਜ਼ਿਟਿਵ ਵੀ ਹੋ ਸਕਦੇ ਨੇ ਆਮ ਆਦਮੀ ਪਾਰਟੀ ਵੱਲ। ਇੱਥੇ ਮੈਨੂੰ ਇਹ ਲੱਗਦਾ ਹੈ ਕਿ ਨਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਰਿਜੈਕਟ ਨਹੀਂ ਕੀਤਾ ਉਸ ਤਰ੍ਹਾਂ। ਇਹ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਤੋਂ ਜਿਹੜੀਆਂ ਆਸਾਂ ਵੱਜੀਆਂ ਸੀ 3 ਮਹੀਨਿਆਂ 'ਚ ਲੋਕਾਂ ਨੇ ਉਹਦੇ ਕੰਮ ਨੂੰ ਰਿਜੈਕਟ ਕੀਤਾ ਹੈ ਕਿ ਜੇ ਤਾਂ ਭਾਈ ਤੁਸੀਂ ਜਿਹੜੇ ਕੰਮ ਅਸੀਂ ਆਸ ਕਰਦੇ ਹਾਂ ਜੇ ਉਸ ਲਾਈਨ 'ਤੇ ਆਓਗੇ ਤਾਂ ਹੋ ਸਕਦਾ ਰਿਵਿਊ ਕਰਨ ਲੋਕ ਕਿ ਨਹੀਂ ਯਾਰ ਇਹ ਫਲਾਣ ਦੂਜੀਆਂ ਪਾਰਟੀਆਂ ਨਾਲੋਂ ਚੰਗੇ ਨੇ, ਕੰਮ ਕਰ ਰਹੇ ਨੇ। ਸੋ ਇਸ 'ਤੇ ਨਿਰਭਰ ਕਰੇਗਾ। ਪਰ ਇਹ ਸੱਚ ਹੈ ਜਿਸ ਹਲਕੇ ਵਿੱਚ ਆਮ ਆਦਮੀ ਪਾਰਟੀ 9 ਹਲਕਿਆਂ 'ਚੋਂ ਭਾਰੀ ਗਿਣਤੀ ਨਾਲ ਜਿੱਤੀ ਹੋਵੇ ਤੇ ਉਹ ਮਾਰਜਨ ਵੀ ਐਡੇ ਐਡੇ ਵੱਡੇ ਹੋਣ, ਉਹ 9 ਹਲਕਿਆਂ 'ਚੋਂ ਜਿੱਥੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਜਿੱਤਣ
ਅਤੇ 4 ਕੰਸਟੀਚੁਐਂਸੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਹਾਰੇ। ਇਹ ਆਪਦੇ ਆਪ 'ਚ ਇੱਕ ਸਵਾਲੀਆ ਚਿੰਨ੍ਹ ਹੈ। ਹਾਰੇ ਵੀ ਕਿਹੜੇ ਹਲਕਿਆਂ ਤੋਂ, ਜਿੱਥੋਂ ਜਿਹੜੇ ਇੱਕ ਇਸ ਕੰਸਟੀਚੁਐਂਸੀ ਤੋਂ ਇਕੱਲੀ ਕੰਸਟੀਚੁਐਂਸੀ ਹੋਏਗੀ ਜਿੱਥੇ ਇੱਕ ਕੰਸਟੀਚੁਐਂਸੀ 'ਚ 3 ਮੰਤਰੀ, ਇੱਕ ਮੁੱਖ ਮੰਤਰੀ, 2 ਵੱਡੇ ਮੰਤਰੀ ਵੀ ਆਮ ਨਹੀਂ, ਇੱਕ ਵਿੱਤ ਮੰਤਰੀ, ਇੱਕ ਸਿੱਖਿਆ ਮੰਤਰੀ ਜਿਹੜੇ ਦੁਬਾਰੇ MLA ਆਏ ਨੇ ਮੀਤ ਹੇਅਰ ਜੀ, ਉਹਨਾਂ ਦੇ ਹਲਕਿਆਂ 'ਚੋਂ ਵੀ ਇਸ 9 ਹਲਕਿਆਂ ਦਾ ਪਾਰਟ ਨੇ। ਤੇ ਉਹ 9 ਹਲਕਿਆਂ 'ਚੋਂ ਮੇਰੇ ਕੋਲੇ ਧੂਰੀ ਦਾ ਅੰਕੜਾ ਨਹੀਂ ਹੈ, ਪਰ ਦਿੜਬਾ ਹਲਕੇ ਤੋਂ ਜਿੱਥੇ ਵਿੱਤ ਮੰਤਰੀ ਨੇ ਤੇ ਜਿੱਥੇ ਬਰਨਾਲਾ ਤੋਂ ਮੀਤ ਹੇਅਰ ਜੀ ਐਜੂਕੇਸ਼ਨ ਮਿਨਿਸਟਰ ਨੇ, ਦੋਨਾਂ ਹਲਕਿਆਂ 'ਚੋਂ ਆਮ ਆਦਮੀ ਪਾਰਟੀ ਹਾਰੀ ਹੈ, ਜਿਹਦਾ ਕਲੀਅਰ ਕੱਟ ਇਹ ਸੰਕੇਤ ਹੈ ਕਿ ਇਹ ਸਭਨਾਂ ਦਾ ਇਨਕਲੂਡਿੰਗ ਮੁੱਖ ਮੰਤਰੀ ਜੀ ਲੋਕਾਂ ਨਾਲ ਇਹਨਾਂ ਦਾ ਤਾਲਮੇਲ ਨਹੀਂ ਰਿਹਾ, ਲੋਕਾਂ ਨਾਲ ਇਹ ਜੁੜੇ ਨਹੀਂ ਰਹੇ, ਲੋਕਾਂ ਨਾਲ ਇਹਨਾਂ ਦਾ ਲਗਾਤਾਰ ਜਿਹੜਾ ਰਾਬਤਾ ਹੈ ਉਹ ਕਿਸੇ ਕਾਰਨ ਕਰਕੇ, ਕਿਸੇ ਕਾਰਨ ਬਸ ਇਹਨੂੰ ਆਪਣੀ ਭਾਸ਼ਾ 'ਚ ਚਾਹੇ ਆਪਾਂ ਇਹਨੂੰ ਇਹ ਸਮਝ ਲਓ ਹੰਕਾਰ ਹੈ ਇਹਨਾਂ ਦਾ, ਚਾਹੇ ਇਹਨਾਂ ਦੀ ਮਿਸ ਜੱਜਮੈਂਟ ਹੈ, ਚਾਹੇ ਇਹਨਾਂ ਨੂੰ ਭਰਮ ਭੁਲੇਖੇ ਨੇ, ਮੈਂ ਇਹ ਮੰਨਦਾ ਕਿ ਰਾਬਤਾ ਨਹੀਂ ਰਿਹਾ। ਇਹ ਤੋਂ ਬਿਨਾਂ ਵੀ ਅਮਨ ਅਰੋੜਾ ਜੀ ਬਹੁਤ ਵੱਡੇ ਲੀਡਰ ਨੇ, ਉਹਨਾਂ ਨੂੰ ਮੰਤਰੀ ਨਹੀਂ ਬਣਾਇਆ। ਅਸੀਂ ਕਿਸੇ ਹੱਦ ਤੱਕ ਇਹ ਸਮਝ ਸਕਦੇ ਹਾਂ, ਉੱਥੋਂ ਸਿਰਫ ਜਦੋਂ 75,000 ਤੇ ਜਿੱਤਦੇ ਨੇ ਤੇ ਹੁਣ ਸਿਰਫ 2,000 ਤੇ ਜਾਂ 1,500 ਤੇ, ਉਹ ਤੇ 2,000 ਤੋਂ ਘੱਟ, ਮਤਲਬ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ 'ਚ ਰੋਸ ਹੋ ਸਕਦਾ ਹੈ ਕਿ ਜੀ ਸਾਡੇ ਐਡੇ ਵੱਡੇ ਨੇਤਾ ਸੀ, ਅਸੀਂ ਇੰਨਾ ਸਤਿਕਾਰ ਦੇ ਕੇ ਉਹਨਾਂ ਨੂੰ ਜਿਤਾਇਆ ਤੇ ਤੁਸੀਂ ਇਹਨਾਂ ਨੂੰ ਮੰਤਰੀ ਵੀ ਨਹੀਂ ਬਣਾਇਆ। ਪਲੱਸ ਇਹਨੂੰ ਇੱਦਾਂ ਵੀ ਲਿਆ ਜਾ ਸਕਦਾ ਹੈ ਕਿ ਜਿਹੜੇ ਲੋਕ ਜਿੱਤੇ ਸੀ ਵੱਡੇ ਮਾਰਜਨ ਨਾਲ, ਸ਼ਾਇਦ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਬਣਦੀਆਂ ਪੋਜੀਸ਼ਨਾਂ ਨਹੀਂ ਦਿੱਤੀਆਂ ਗਈਆਂ ਤਾਂ ਲੋਕਾਂ 'ਚ ਨਿਰਾਸ਼ਾ ਆ ਜਾਂਦੀ ਹੈ। ਇੱਕ ਆਮ ਆਦਮੀ ਪਾਰਟੀ ਵਾਲਿਆਂ ਨੇ ਸ਼ਾਇਦ ਇਹ ਐਨਾਲਿਸਿਸ ਨਾ ਕੀਤਾ ਹੋਵੇ, ਭਾਵੇਂ ਲੋਕਾਂ 'ਚ ਬਹੁਤ ਦਮਗਜੇ ਮਾਰ ਰਹੇ ਨੇ ਕਿ ਦੇਖੋ ਜੀ ਅਸੀਂ ਸਾਡਾ ਆਪਣਾ ਮੰਤਰੀ ਟੰਗਤਾ। ਜਿਹੜਾ ਉਹ ਆਪਣਾ ਮੰਤਰੀ ਇਹਨਾਂ ਨੇ ਟੰਗਤਾ, ਉਹਦੇ ਨਾਲ ਆਮ ਪਬਲਿਕ ਦੇ ਵਿੱਚ ਇੱਕ ਮੈਸੇਜ ਗਿਆ ਹੈ, ਕਿਉਂਕਿ ਮੀਡੀਆ ਦੇ ਵਿੱਚ ਇਹ ਮੈਸੇਜ ਪਹਿਲਾਂ ਵੀ ਆਇਆ ਸੀ ਕਿ ਕੇਜਰੀਵਾਲ ਕਿਤੇ ਨਾ ਕਿਤੇ ਜਿਹੜੇ ਜਿਨ੍ਹਾਂ ਨੂੰ ਕਿਸੇ ਲੈਵਲ ਤੇ ਅੱਤਵਾਦੀ ਜਾਂ ਵੱਖਵਾਦੀ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਘਰ ਜਾ ਕੇ ਰਾਤ ਠਹਿਰਿਆ ਸੀ। ਇਹ ਚੀਜ਼ਾਂ ਤੁਹਾਡੇ ਯਾਦ ਹੋਏਗਾ, ਇਹ ਪ੍ਰਚਾਰੀਆਂ ਗਈਆਂ 17 ਚ ਗੱਲ ਹੋਈ ਸੀ, ਇਹ 17 ਚ ਗੱਲ ਹੋਈ, ਫਿਰ ਇਹ ਪ੍ਰਚਾਰੀਆਂ ਗਈਆਂ ਕਿ ਇਹ ਉਹਨਾਂ ਦੀ ਮਦਦ ਕਰਦੇ ਨੇ, ਇਹ ਉਹਨਾਂ ਦੇ ਪੱਖੀ ਨੇ। ਸੱਚ ਝੂਠ ਤੋਂ ਬਾਅਦ ਦੀ ਗੱਲ ਹੈ। ਇਹ ਜਦੋਂ ਗੱਲਾਂ ਆਉਂਦੀਆਂ ਨੇ ਤਾਂ ਇਹਦੇ ਨਾਲ ਇੱਕ ਵਿਸ਼ੇਸ਼ ਫਿਰਕੇ ਦੇ ਵਿੱਚ ਡਰ ਬੈਠਦਾ ਹੈ ਤੇ ਜਿਹੜੇ ਮੰਤਰੀ ਨੂੰ ਇਹਨਾਂ ਨੇ ਟੰਗਿਆ ਉਹ ਇੱਕ ਵਿਸ਼ੇਸ਼ ਫਿਰਕੇ ਨਾਲ ਸੰਬੰਧਿਤ ਹੈ। ਉਹ ਵਿਸ਼ੇਸ਼ ਫਿਰਕੇ ਦੇ ਲੋਕਾਂ ਵੱਲੋਂ ਮੇਰੇ ਖਿਆਲ ਮੁਤਾਬਕ ਭਰਮਾ ਹੰਗਾਰਾ ਆਮ ਆਦਮੀ ਪਾਰਟੀ ਨੂੰ ਨਹੀਂ ਮਿਲਿਆ। ਉਹਨਾਂ ਦੇ ਵਿੱਚ ਇਹ ਇਨਫੋਰਮੇਸ਼ਨ ਘਰ ਕਰ ਗਈ ਕਿ ਸਾਡੇ ਨਾਲ ਇਹਨਾਂ ਦਾ ਰਾਬਤਾ ਚੰਗੀ ਤਰ੍ਹਾਂ ਦਾ ਨਹੀਂ ਹੈ। ਹਲਕਾ ਲਹਿਰੇ ਗਾਗੇ ਤੋਂ ਜਿਹੜਾ ਇਹਨਾਂ ਦਾ ਇੱਕ MLA ਹੈ, ਉਸੇ ਵਿਸ਼ੇਸ਼ ਫਿਰਕੇ ਨਾਲ ਸੰਬੰਧ ਰੱਖਦਾ ਹੈ। ਉਹ ਜਦੋਂ 60,000 ਦੇ ਨੇੜੇ ਤੇੜੇ ਮਾਰਜਨ ਨਾਲ ਜਿੱਤਦਾ ਹੈ, ਪਰ ਹੁਣ ਉਹ 2,000 ਦੇ ਨੇੜੇ ਤੇੜੇ ਮਾਰਜਨ ਨਾਲ ਬੜੀ ਮੁਸ਼ਕਿਲ ਨਾਲ ਜਿੱਤਦਾ ਹੈ ਔਰ ਉੱਥੇ BJP ਚੰਗੀ ਵੋਟ ਲੈ ਕੇ ਜਾ ਰਹੀ ਹੈ। ਇਹਦਾ ਇੱਕ ਕਾਰਨ ਢੀਂਡਸਿਆਂ ਦਾ ਅਸਰ ਹੋ ਸਕਦਾ ਹੈ, ਪਰ ਇਹਦਾ ਦੂਜਾ ਕਾਰਨ ਜਿਹੜਾ ਮੈਂ ਪਹਿਲਾਂ ਦੱਸ ਕੇ ਹਟਿਆ, ਉਹ ਵਿਸ਼ੇਸ਼ ਫਿਰਕੇ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਗੈਰ ਵਿਸ਼ਵਾਸੀ ਇਹਦੇ ਪ੍ਰਤੀ, ਪਾਰਟੀ ਪ੍ਰਤੀ ਹੋ ਸਕਦੀ ਹੈ। ਮੇਰੇ ਖਿਆਲ ਮੁਤਾਬਕ ਇਹਨਾਂ ਚੀਜ਼ਾਂ ਨੇ ਨੁਕਸਾਨ ਕੀਤਾ ਹੈ ਬਿਲਕੁਲ। ਸੋ ਇਹ ਹੈ ਕਿ ਆਮ ਆਦਮੀ ਪਾਰਟੀ ਲਈ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨਾਲ ਜਾਂ ਤਾਂ ਕਨੈਕਟੀਵਿਟੀ ਵਧਾਉਣੀ ਪਊਗੀ, ਜਾਂ ਇਹ ਹੈ ਇੱਕਦਮ ਮੂਹਰੇ ਚੁਣਾਵ ਆਉਣਗੇ ਮਿਊਨਿਸਪੈਲਿਟੀਜ਼ ਦੇ, ਇਹ ਨਾ ਹੋਵੇ ਕਿ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਵਾ ਨਿਕਲ ਜੇ, ਫਿਰ ਇਹਨਾਂ ਦਾ ਸਰਵਾਈਵਲ ਹੈ ਜਿਹੜੀ ਇਹ ਮੁਸ਼ਕਲ ਹੋ ਜਾਏਗੀ, ਇਹ ਲੱਗ ਰਿਹਾ। ਇਸ ਤੋਂ ਬਿਨਾਂ ਜੇ ਆਪਾਂ ਦੂਜੀਆਂ ਪਾਰਟੀਆਂ ਦੇ ਸੰਬੰਧ 'ਚ ਦੇਖੀਏ, ਕਾਂਗਰਸ ਪਾਰਟੀ ਨੂੰ ਵੋਟਾਂ ਭਾਵੇਂ ਕਾਫੀ ਘੱਟ ਪਈਆਂ, 15% ਤੋਂ ਘੱਟ ਨੇ ਉਹ, ਪਰ ਫਿਰ ਵੀ ਮੇਰੀ ਇਹ ਜੱਜਮੈਂਟ ਹੈ, ਮੇਰੀ ਇਹ ਵਿਆਖਿਆ ਹੈ ਕਿ ਕਾਂਗਰਸ ਪਾਰਟੀ ਨੂੰ ਇੱਥੇ ਇੱਕ ਚੀਜ਼ ਦਾ ਫਾਇਦਾ ਹੋਏਗਾ, ਜਿਵੇਂ ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਦੇ ਜਿਹੜੇ ਨੇਤਾ ਨੇ ਇਹ ਸੱਤਾ ਦੇ ਬਹੁਤ ਭੁੱਖੇ ਨੇ। ਜਿਵੇਂ ਕੇਵਲ ਢਿੱਲੋਂ ਇੱਕਦਮ ਛੜੱਪਾ ਮਾਰ ਕੇ ਰਾਤੋਂ ਰਾਤ ਦੂਜੀ ਪਾਰਟੀ ਚਲੇ ਗਿਆ ਤੇ ਉਹਨਾਂ ਨੇ ਉਹਨੂੰ ਟਿਕਟ ਦੇਤੀ। ਇੱਥੇ ਇਹ ਗੱਲ ਦੇਖਣਯੋਗ ਹੈ ਕਿ ਜਦੋਂ BJP ਦਾ ਭਵਿੱਖ ਵੀ ਪੰਜਾਬ 'ਚ ਧੁੰਦਲਾ ਦਿਖਾਈ ਦੇਊਗਾ ਤਾਂ ਕਾਂਗਰਸ ਵਾਲੇ ਭੱਜ ਕੇ BJP ਵੱਲ ਸ਼ਾਇਦ ਨਾ ਜਾਣ,
ਉਸ ਤੇ ਥੋੜੀ ਜੀ ਮੈਨੂੰ ਲੱਗ ਰਿਹਾ ਰੋਕ ਲੱਗੇਗੀ ਔਰ ਉਹਦਾ ਸੰਕੇਤ ਜਿਹੜਾ ਕਾਂਗਰਸ ਪ੍ਰਧਾਨ ਨੇ ਦਿੱਤਾ ਹੈ, ਸਿਮਰਜੀਤ ਮਾਨ ਨੂੰ ਵਧਾਈ ਵੀ ਦਿੱਤੀ ਹੈ, ਉਹਨੇ ਹਾਰ ਵੀ ਕਬੂਲ ਕੀਤੀ ਹੈ ਔਰ ਉਹਨੇ ਇਸ ਤਰ੍ਹਾਂ ਦੇ ਸੰਕੇਤ ਵੀ ਦਿੱਤੇ ਨੇ ਕਿ ਆਪ ਦਾ ਹੰਕਾਰ ਸੀ। ਕਿਉਂਕਿ ਜਿਹੜੇ ਪੁਰਾਣੇ ਕਾਂਗਰਸੀ ਨੇ ਉਹਨਾਂ ਲਈ ਆਪ ਦੇ ਵਿੱਚ ਕੋਈ ਸਕੋਪ ਨਹੀਂ ਜੋ ਆਪ ਪਾਰਟੀ 'ਚ ਜਾਂਦੇ ਨੇ। ਆਪ ਕੋਲ 92 ਐਮਐਲਏ ਤਾਂ ਹੈਗੇ, 92 ਟਿਕਟਾਂ ਤਾਂ ਉਹੀ ਮੰਗਣਗੇ ਨਾ। ਜਿਹੜੇ ਰਵਾਇਤੀ ਪਾਰਟੀਆਂ ਦੇ ਐਮਐਲਏ ਨੇ ਉਹ ਤਾਂ ਤਦ ਜਾਂਦੇ ਨੇ ਜੇ ਉਹਨਾਂ ਨੂੰ ਲੱਗਦਾ ਕਿ ਇੱਥੇ ਸਾਨੂੰ ਟਿਕਟ ਮਿਲ ਜੂਗੀ, ਅਸੀਂ ਕਾਮਯਾਬ ਹੋ ਜਾਵਾਂਗੇ। ਉਹ ਸਕੋਪ ਸੀਗਾ ਬੀਜੇਪੀ 'ਚ। ਬੀਜੇਪੀ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਿਆ ਕਿਉਂਕਿ ਉਹ ਵੀ ਚੌਥੇ ਨੰਬਰ ਤੇ ਜਾ ਕੇ ਪਹੁੰਚੇ ਨੇ। ਚੌਥੇ ਨੰਬਰ ਤੇ, ਤੀਜੇ, ਚੌਥੇ, ਪੰਜਵੇਂ ਨੰਬਰ ਤੇ ਜਾਣਾ ਮੇਰੇ ਮੁਤਾਬਕ ਕੋਈ ਬਹੁਤ ਮਹੱਤਵਪੂਰਨ ਇਸ ਕਰਕੇ ਨਹੀਂ ਹੈ ਕਿਉਂਕਿ ਇਹਨਾਂ 'ਚੋਂ ਕੋਈ ਵੀ ਦੂਜੇ ਨੰਬਰ ਵਾਲੇ ਦੇ ਨੇੜੇ ਤੇੜੇ ਨਹੀਂ ਹੈ। ਮਾਰਜਨ ਇੰਨਾ ਟੈਕਨੀਕਲੀ ਠੀਕ ਹੈ, ਹਰ ਇੱਕ ਬੰਦਾ ਨੰਬਰ ਤੇ ਹੋਏਗਾ। ਜੇ 400 ਮੀਟਰ ਦੀ ਰੇਸ 'ਚ ਇੱਕ ਬੰਦਾ ਫਸਟ ਆਉਂਦਾ ਹੈ, ਦੂਜਾ ਉਹ ਤੋਂ 2 ਮੀਟਰ ਪਿੱਛੇ ਹੈ ਤੇ ਤੀਜਾ ਉਹ ਤੋਂ 350 ਮੀਟਰ ਪਿੱਛੇ ਹੈ, ਉਹਨੂੰ ਕੋਈ ਤੀਜਾ ਨੰਬਰ ਨਾ ਗਿਣਿਆ ਜਾਵੇ ਮੇਰਾ ਖਿਆਲ। ਇਸ ਕਰਕੇ ਉਹ ਤੀਜਾ, ਚੌਥਾ, ਪੰਜਵਾਂ ਕੋਈ ਬਾਹਲਾ ਮੈਟਰ ਨਹੀਂ ਕਰਦਾ। ਇਸ ਚੀਜ਼ 'ਚ ਮੈਨੂੰ ਲੱਗਦਾ ਵੀ ਕਾਂਗਰਸੀਆਂ ਦਾ ਛੜੱਪਾ ਮਾਰ ਕੇ ਬੀਜੇਪੀ ਵੱਲ ਜਾਣਾ ਉਹ ਤੇ ਇੱਕ ਰੋਕ ਲੱਗੇਗੀ, ਮੇਰਾ ਅੰਦਾਜ਼ਾ ਇਹ ਹੈ। ਸੋ ਅੱਗੇ ਆਪਾਂ ਚੱਲੀਏ ਜੇ ਕਿ ਇਸ ਦਾ ਬੀਜੇਪੀ ਤੇ ਕੀ ਪ੍ਰਭਾਵ ਪਵੇਗਾ। ਬੀਜੇਪੀ ਤੇ ਇਹਦਾ ਪ੍ਰਭਾਵ ਇਹੀ ਰਹੇਗਾ ਕਿ ਬੀਜੇਪੀ ਨੂੰ ਫਿਰ ਵੀ ਕੁਛ ਵੋਟਾਂ ਮਿਲੀਆਂ ਨੇ, ਉਹ ਵੀ ਸੰਗਰੂਰ ਜ਼ਿਲ੍ਹੇ 'ਚ। ਬੀਜੇਪੀ ਨੂੰ ਥੋੜਾ ਜਿਹਾ ਸ਼ਾਇਦ ਹੁਲਾਰਾ ਮਿਲੇ ਕਿ ਅਗਲੀ ਵਾਰੀ ਆਪਾਂ ਕਿਸੇ ਨਾਲ ਸਮਝੌਤਾ ਕਰਕੇ ਕੁਛ ਕਰਾਂਗੇ। ਪਰੰਤੂ ਬੀਜੇਪੀ ਨੂੰ ਜਿੰਨੀਆਂ ਵੋਟਾਂ ਮਿਲ ਗਈਆਂ ਤੇ ਜਿੰਨੀਆਂ ਵੋਟਾਂ ਅਕਾਲੀ ਦਲ ਨੂੰ ਮਿਲੀਆਂ ਉਹਦੇ ਵਿੱਚ ਇਹ ਹੈ ਕਿ ਬੀਜੇਪੀ ਨੇ ਜਿਹੜਾ ਇੱਕ ਸਮੇਂ ਇੱਕ ਇਸ਼ਾਰਾ ਕੀਤਾ ਸੀ ਇਹ ਸਮਝੌਤਾ ਟੁੱਟਣ ਤੋਂ ਬਾਅਦ ਅਸੈਂਬਲੀ ਚੋਣਾਂ ਤੋਂ ਪਹਿਲਾਂ ਕਿ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਸਾਡਾ ਰੋਲ ਵੱਡੇ ਭਰਾ ਦਾ ਹੋਏਗਾ, ਅਕਾਲੀ ਦਲ ਦਾ ਛੋਟੇ ਭਰਾ ਦਾ ਹੋਏਗਾ। ਬਿਲਕੁਲ ਘੱਟੋ ਘੱਟ ਮੈਂ ਸਮੁੱਚਾ ਅਕਾਲੀ ਦਲ ਤਾਂ ਨਹੀਂ ਮੈਂ ਕਹਿ ਸਕਦਾ, ਘੱਟੋ ਘੱਟ ਬੀਜੇਪੀ ਨੇ ਇਹ ਸਾਬਤ ਕਰਤਾ ਹੈ ਕਿ ਬਾਦਲ ਅਕਾਲੀ ਦਲ ਹੁਣ ਛੋਟੇ ਭਰਾ ਦੇ ਰੂਪ 'ਚ ਆ ਗਿਆ। ਬਾਦਲ ਅਕਾਲੀ ਦਲ ਬੀਜੇਪੀ ਦੇ ਵੱਡੇ ਭਰਾ ਵਾਲੇ ਰੋਲ 'ਚ ਨਹੀਂ ਰਿਹਾ। ਜੇ ਬੀਜੇਪੀ ਅਕਾਲੀ ਦਲ ਬਾਦਲ ਨਾਲ ਕੋਈ ਸਮਝੌਤਾ ਕਰਦੀ ਹੈ ਜਾਂ ਉਹਨਾਂ ਦਾ ਕੋਈ ਸਮਝੌਤਾ ਹੁੰਦਾ ਹੈ ਤਾਂ ਫਿਰ ਉਹ ਪੁਰਾਣੀਆਂ 23 ਸੀਟਾਂ ਤੇ ਨਹੀਂ ਹੋਏਗਾ। ਉਹ ਇਹ ਹੋਏਗਾ ਕਿ 60% ਬੀਜੇਪੀ ਕੋਲ, 40% ਅਕਾਲੀ ਦਲ ਬਾਦਲ ਕੋਲ। ਇੱਦਾਂ ਦੀ ਸਿਚੁਏਸ਼ਨ ਇਹ ਹੋਏਗੀ। ਉਹ ਪੰਜਾਬ ਦੀ ਸਿਚੁਏਸ਼ਨ ਕੀ ਰਹੀ, ਪੰਜਾਬ ਦੇ ਟੋਟਲ ਸੀਨ 'ਚ ਕੀ ਰਿਹਾ, ਇਹ ਇੱਕ ਵੱਖ ਵਿਸ਼ਲੇਸ਼ਣ ਦਾ ਵਿਸ਼ਾ ਹੈ। ਪਰੰਤੂ ਅਕਾਲੀ ਦਲ ਦਾ ਵੱਡਾ ਭਾਈ ਬੀਜੇਪੀ ਜਿਹੜੀ ਪਾਰਟੀ ਹੈ ਉਹ ਜ਼ਰੂਰ ਇਸ ਜਿਮਨੀ ਚੋਣ ਦੇ ਬੇਸ ਤੇ, ਜੇ ਆਪਾਂ ਇੰਨੀ ਕੁ ਨੂੰ ਸਾਰੇ ਪੰਜਾਬ 'ਚ ਕੀ ਹੋਊਗਾ ਆਉਣ ਵਾਲਾ ਸਮਾਂ ਦੱਸੂਗਾ, ਜੇ ਇਸ ਨੂੰ ਦੇਖੀਏ ਇਹ ਜ਼ਰੂਰ ਲੱਗਦਾ ਕਿ ਅਕਾਲੀ ਦਲ ਹੁਣ ਛੋਟਾ ਭਰਾ ਬਣ ਗਿਆ। ਹੁਣ ਇਸ ਤੋਂ ਅੱਗੇ ਆਪਾਂ ਚੱਲੀਏ ਅਕਾਲੀ ਦਲ ਦੀ ਗੱਲ। ਅਕਾਲੀ ਦਲ ਨੇ ਆਪਣੀ ਚਲਾਕੀ ਨਾਲ, ਮੈਂ ਇਹਨੂੰ ਚਲਾਕੀ ਨਾਲ ਕਹੂੰਗਾ, ਇੱਕ ਇਸ ਤਰ੍ਹਾਂ ਦਾ ਮੁੱਦਾ ਲਿਆ, ਰਵਾਇਤੀ ਜਿਹੜੇ ਲੀਡਰ ਨੇ ਉਹਨਾਂ ਤੋਂ ਪਿੱਛੇ ਹਟ ਕੇ ਇੱਕ ਨਵਾਂ ਕੈਂਡੀਡੇਟ ਲੱਭਿਆ ਜਿਹੜੇ ਕੈਂਡੀਡੇਟ ਤੇ ਉਹ ਐਲੀਗੇਸ਼ਨ, ਉਹ ਦੋਸ਼ ਨਾ ਲੱਗਣ ਜਿਹੜੇ ਅਕਾਲੀ ਦਲ ਦੇ ਰਵਾਇਤੀ ਲੀਡਰਾਂ ਤੇ ਲੱਗਦੇ ਸੀ ਕਿ ਕਦੇ ਇਹ ਕਿਸੇ ਬਾਬੇ ਨੂੰ ਮਿਲਣ ਚਲੇ ਜਾਂਦੇ ਨੇ, ਕਦੇ ਇਹ ਡੇਰਾਵਾਦ ਦੇ ਪ੍ਰਭਾਵ ਥੱਲੇ ਆ ਜਾਂਦੇ ਨੇ, ਕਦੇ ਇਹ ਪ੍ਰਵਾਦਵਾਦ ਦੇ ਪ੍ਰਭਾਵ ਥੱਲੇ ਆ ਜਾਂਦੇ ਨੇ, ਇਹ ਸਿੱਖੀ ਸਿਧਾਂਤਾਂ ਨੂੰ ਛੱਡ ਕੇ ਹੋਰ ਗੱਲਾਂ ਕਰਦੇ ਨੇ, ਪੰਜਾਬੀ ਪਾਰਟੀ ਵੱਲ ਨੂੰ ਵਧੇ ਨੇ। ਅਕਾਲੀ ਦਲ ਨੇ ਇਸ ਜਿਮਨੀ ਚੋਣ 'ਚ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਕਿ ਆਪਾਂ ਪੰਥਕ ਮੁੱਦੇ ਦੇ ਬੇਸ ਤੇ ਇੱਕ ਐਕਸਪੈਰੀਮੈਂਟ ਕਰਕੇ ਦੇਖੀਏ, ਸ਼ਾਇਦ ਸਾਡੀ ਵੋਟ ਕੰਸੋਲੀਡੇਟ ਦੁਬਾਰਾ ਪੁਨਰਜੀਵਿਤ ਕਰਨ 'ਚ ਅਸੀਂ ਕਾਮਯਾਬ ਹੋ ਜਾਈਏ। ਉਹ 'ਚ ਇਹਨਾਂ ਨੇ ਰਾਜੋਆਣਾ, ਜੋ ਕਿ ਬੇਅੰਤ ਸਿੰਘ ਦੇ ਕਤਲ ਦੇ ਵਿੱਚ ਦੋਸ਼ੀ ਠਹਿਰਾਏ ਗਏ, ਭਾਵੇਂ ਉਹਨਾਂ ਦੀ ਸਜ਼ਾ ਦਾ ਕੁਛ ਅਜੇ ਕਨਫਿਊਜ਼ਨ ਹੈ ਕਿ ਉਹਨਾਂ ਨੂੰ ਸਜ਼ਾਏ ਮੌਤ ਹੋਵੇ ਜਾਂ ਉਮਰ ਕੈਦ ਹੋਵੇ। ਜੇ ਉਮਰ ਕੈਦ ਹੋਵੇ ਤਾਂ ਉਹਨਾਂ ਦੀ ਪੂਰੀ ਹੋ ਚੁੱਕੀ ਹੈ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਇਸ ਵਿਸ਼ੇ ਨੂੰ ਲੈ ਕੇ ਚੱਲੇ, ਪਰੰਤੂ ਇਸ ਵਿਸ਼ੇ ਦੇ ਵਿੱਚ ਅਕਾਲੀ ਦਲ ਨੂੰ ਇੱਕ ਤਾਂ ਬੀਜੇਪੀ ਨਾਲ ਨੈਗੋਸ਼ੀਏਟ ਕਰਨਾ, ਬੀਜੇਪੀ ਨਾਲ ਤਾਲਮੇਲ ਰੱਖਣਾ ਬੜਾ ਔਖਾ ਹੋ ਜਾਏਗਾ ਕਿਉਂਕਿ ਬੀਜੇਪੀ ਨੇ ਵੀ ਕਹਿਣਾ ਹੈ ਨਾ ਵੀ ਮਤਲਬ ਜਿਹੜਾ ਮੁੱਦਾ ਤੁਸੀਂ ਲੈ ਕੇ ਚੱਲੇ ਤੇ ਉਸ ਮੁੱਦੇ ਤੇ ਲੋਕਾਂ ਨੇ ਤੁਹਾਨੂੰ ਸਪੋਰਟ ਤਾਂ ਕੀਤੀ ਨਹੀਂ ਹੈਗੀ, ਠੀਕ ਹੈ ਨਾ। ਇੱਕ ਅਕਾਲੀ ਦਲ ਦੀ ਹਾਰ ਹੈ ਜਿਹੜੀ ਸ਼ਰਮਨਾਕ ਹੈ, ਉਹ 5ਵੇਂ ਨੰਬਰ ਤੇ ਆਉਣਾ ਉਹਦਾ ਵੱਖਰੀ ਗੱਲ ਹੈ, ਪਰ ਕਾਂਗਰਸ ਤੋਂ ਵੀ ਕਾਫੀ, ਜੇ ਆਪਾਂ ਕਹੀਏ ਕਾਂਗਰਸ ਤੋਂ ਵੀ ਜਿਹੜੀ ਤੀਜੇ ਨੰਬਰ ਤੇ ਕੈਂਡੀਡੇਟ ਹੈ ਉਹ ਤੋਂ ਅੱਧ 'ਚ ਫੇਰ 5ਵੇਂ ਵਾਲਾ ਖੜਾ ਹੈ, ਬਹੁਤ ਦੂਰ ਖੜਾ ਹੈ। ਉਹਦਾ 5ਵਾਂ ਨੰਬਰ ਹੈ ਪਰ ਉਹ ਦੂਰ ਬਹੁਤ ਹੈ। ਸੋ ਇਸ ਕਿਸਮ ਨਾਲ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਤੇ ਹੁਣ ਉਹ ਪ੍ਰੈਸ਼ਰ ਹੋਰ ਵੱਧ ਜਾਏਗਾ
कि अकाली दल की लीडरशिप नूं ਜਾਂ ਤਾਂ ਤਬਦੀਲ ਕੀਤਾ ਜਾਵੇ ਜਾਂ ਉਹਨੂੰ ਕਿਸੇ ਤਰ੍ਹਾਂ ਕਿਰਿਆਸ਼ੀਲ ਬਣਾਇਆ ਜਾਵੇ, ਵਰਨਾ ਇਹ ਸਿਚੁਏਸ਼ਨ ਆਏਗੀ ਅਕਾਲੀ ਦਲ ਦੇ ਜਿਹੜੇ ਪ੍ਰਭਾਵੀ ਨੇਤਾ ਨੇ ਉਹ ਸ਼ਾਇਦ ਹੁਣ ਹੋਰ ਪਾਰਟੀਆਂ ਵਿੱਚ ਆਪਣੀ ਪੋਜੀਸ਼ਨ ਤਲਾਸ਼ਣ ਦਾ ਯਤਨ ਕਰਨਗੇ। ਉਹ ਇਹ ਉਹਨਾਂ ਨੂੰ ਲੱਗੇਗਾ ਕਿ ਵਰਨਾ ਇਸ ਪਾਰਟੀ 'ਚ ਹੁਣ ਸਾਡਾ ਭਵਿੱਖ ਹੈ ਜਿਹੜਾ ਸਿਆਸੀ ਭਵਿੱਖ ਉਹ ਸੁਰੱਖਿਅਤ ਨਹੀਂ ਹੈ, ਇਸ ਕਰਕੇ ਸਾਨੂੰ ਉਹ ਤਲਾਸ਼ ਲੈਣਾ ਚਾਹੀਦਾ ਹੈ। ਇਹ ਹੁਣ ਸਮਾਂ ਦੱਸੇਗਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਬੈਠ ਕੇ ਜਾਂ ਤਾਂ ਉਹ ਆਪਣੀ ਲੀਡਰਸ਼ਿਪ ਛੱਡ ਦੇਵੇ, ਇਸ ਤਰ੍ਹਾਂ ਦੀ ਸਿਚੁਏਸ਼ਨ ਬਣਨ ਦੀ ਸੰਭਾਵਨਾ ਹੈ। ਇੱਕ ਆਖਰੀ ਪੱਖ ਰਹਿ ਗਿਆ ਜਿਹੜਾ ਆਪਣਾ ਇਸ ਦਾ ਇੱਕ, ਉਹ ਰਹਿ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ। ਸਰਦਾਰ ਸਿਮਰਨਜੀਤ ਸਿੰਘ ਮਾਨ ਪੰਥਕ ਸਿਆਸਤ ਦਾ, ਜਿਹੜੀ ਸਿੱਖ ਸਾਈਕੀ ਵਾਲੀ ਸਿਆਸਤ ਹੈ ਉਸ ਦਾ ਦੁਬਾਰੇ ਇੱਕ ਧੁਰਾ ਬਣ ਕੇ ਉੱਭਰੇ ਨੇ। ਮੈਨੂੰ ਇਸ ਕਹਿਣ 'ਚ ਕਿਤੇ ਕੋਈ ਗੁਰੇਜ਼ ਨਹੀਂ ਹੈ ਕਿ ਜਿੱਥੇ ਪਰਿਵਾਰਵਾਦ ਦਾ ਦੋਸ਼ ਅਕਾਲੀ ਦਲ ਬਾਦਲ ਤੇ ਲੱਗਦਾ ਹੈ, ਇਸੇ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਅੰਮ੍ਰਿਤਸਰ ਵਿੱਚ ਵੀ ਸਿਮਰਨਜੀਤ ਮਾਨ ਤੋਂ ਬਾਅਦ ਅਗਲਾ ਨੇਤਾ ਇਮਾਨ ਸਿੰਘ ਮਾਨ ਹੀ ਬਚਦਾ ਹੈ, ਹੋਰ ਕਿਸੇ ਨੇਤਾ ਦਾ ਨਾਂ ਨਹੀਂ ਆਉਂਦਾ ਜਿਹੜਾ ਉਹਨਾਂ ਦਾ ਬੇਟਾ ਹੈ। ਸੋ ਇਸ ਕਰਕੇ ਸਿਮਰਨਜੀਤ ਸਿੰਘ ਮਾਨ ਭਾਵੇਂ ਸਿੱਖ ਸਿਆਸਤ ਦਾ, ਪੰਥਕ ਸਿਆਸਤ ਦਾ ਧੁਰਾ ਬਣ ਕੇ ਉੱਭਰੇ ਨੇ, ਪਰ ਜ਼ਿੰਮੇਵਾਰੀ ਉਹਨਾਂ ਤੇ ਬਹੁਤ ਵੱਡੀ ਹੈ, ਚੁਣੌਤੀ ਵੱਡੀ ਹੈ ਕਿ ਉਹ ਬਾਕੀ ਸਿੱਖ ਸਾਈਕੀ ਵਾਲੇ ਜਿਹੜੇ ਛੋਟੇ ਧੜੇ ਨੇ ਕਿ ਉਹਨਾਂ ਨੂੰ ਨਾਲ ਲੈ ਕੇ ਪੁਨਰ ਜੀਵਿਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਰਿਵਾਈਵ ਕਰ ਸਕਦੇ ਨੇ ਜਾਂ ਨਹੀਂ। ਹਾਂ, ਇਹ ਜ਼ਰੂਰ ਹੈ ਕਿ ਉਹਦੇ ਨਾਲ ਇੱਕ ਕਿਰਨ, ਆਸ ਦੀ ਕਿਰਨ ਜਿਹੜੀ ਉਹ ਅਕਾਲੀ ਦਲ, ਬਾਦਲ ਅਕਾਲੀ ਦਲ ਨਹੀਂ ਮੈਂ ਕਹਿ ਰਿਹਾ, ਸਮੁੱਚੇ ਅਕਾਲੀ ਦਲ ਦੇ ਵਿੱਚ ਇੱਕ ਕਿਰਨ ਜ਼ਰੂਰ ਜਾਗੀ ਹੈ ਕਿ ਇੱਕ ਲੀਡਰਸ਼ਿਪ ਪੈਦਾ ਹੋਈ ਹੈ। ਉਹ ਆਪਣੀ ਅਗਵਾਈ ਵਿੱਚ ਕੀ ਬਾਕੀ ਸਿੱਖ ਸੋਚ ਵਾਲੇ ਲੋਕਾਂ ਨੂੰ, ਸਿੱਖ ਸੋਚ ਵਾਲੀਆਂ ਪਾਰਟੀਆਂ ਨੂੰ ਕੀ ਨਾਲ ਜੋੜ ਕੇ ਇੱਕ ਪਾਰਟੀ ਪੁਨਰ ਸੁਰਜੀਤ ਕਰਨ 'ਚ ਕਾਮਯਾਬ ਹੋਏਗੀ। ਹਾਂ, ਇਸ ਦੇ ਨਾਲ ਇੱਕ ਬਲ ਮਿਲੇਗਾ ਸਿਮਰਜੀਤ ਮਾਨ ਨੂੰ ਕਿ ਜੇਕਰ ਸਰਕਾਰ, ਕੇਂਦਰ ਦੀ ਸਰਕਾਰ, ਸੂਬੇ ਦੀ ਸਰਕਾਰ ਆਪਣਾ ਰੋਲ ਨਿਭਾਉਂਦੇ ਹੋਏ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਂਦੇ ਨੇ ਤਾਂ ਉਹਦੇ ਵਿੱਚ ਸਿੱਖ ਸਿਆਸਤ, ਪੰਥਕ ਸਿਆਸਤ ਦੀ ਤਸਵੀਰ ਹੋਰ ਸਾਫ਼ ਹੋ ਜਾਏਗੀ ਕਿ ਉਹ ਕਿੱਧਰ ਨੂੰ ਜਾਂਦੀ ਹੈ। ਜੇਕਰ ਸਿਮਰਨਜੀਤ ਸਿੰਘ ਮਾਨ ਉਸ ਪਾਸੇ ਚੱਲਦੇ ਹੋਏ ਇਹ ਕਾਮਯਾਬੀ ਹਾਸਲ ਕਰ ਲੈਂਦੇ ਨੇ ਕਿ ਸ਼੍ਰੋਮਣੀ ਕਮੇਟੀ ਉਹਨਾਂ ਲੀਡਰਾਂ ਦੇ ਹੱਥ 'ਚ ਆਵੇ ਜਿਹੜੇ ਸਿੱਖ ਸਿਆਸਤ ਦੇ ਕੇਂਦਰ ਬਿੰਦੂ ਦੇ ਆਲੇ ਦੁਆਲੇ ਘੁੰਮਦੇ ਨੇ, ਜਿਨ੍ਹਾਂ ਦੀ ਸੋਚ, ਜਿਨ੍ਹਾਂ ਦੀ ਆਈਡੀਓਲੋਜੀ ਉਹ ਸਿੱਖ ਸਿਆਸਤ ਦਾ ਜਿਹੜਾ ਕੇਂਦਰ ਬਿੰਦੂ ਹੈ ਉਹਦੇ ਦੁਆਲੇ ਘੁੰਮਦੀ ਹੋਵੇ, ਫਿਰ ਮੈਨੂੰ ਲੱਗ ਰਿਹਾ ਹੈ ਕਿ ਇੱਕ ਨਵਾਂ ਅਕਾਲੀ ਦਲ ਜਾਂ ਨਵੀਂ ਪੰਥਕ ਪਾਰਟੀ ਸੁਰਜੀਤ ਹੋ ਸਕਦੀ ਹੈ ਜਿਹਦੇ ਵਿੱਚ ਲੋਕਾਂ ਦਾ ਮੁੜ ਵਿਸ਼ਵਾਸ ਹੋ ਸਕਦਾ ਹੈ। ਇਹ ਮੌਕੇ ਦਾ ਫਾਇਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੇ ਉਠਾਉਣ 'ਚ ਕਾਮਯਾਬ ਹੋ ਜਾਣ ਤਾਂ ਅੱਜ ਚਾਹੇ ਉਹ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਹੋਣ, ਚਾਹੇ ਉਹ ਦੀਪ ਸਿੱਧੂ ਦੇ ਪ੍ਰਸ਼ੰਸਕ ਹੋਣ, ਭਾਵੇਂ ਉਹ ਸਿੱਖ ਰਹੁ ਰੀਤਾਂ ਦੇ ਵਿੱਚ ਰਹਿ ਰਹੇ ਹੋਣ ਜਾਂ ਪੰਜਾਬੀ ਹੋਣ, ਮਤਲਬ ਸਹਿਜਧਾਰੀ ਸਿੱਖ ਹੋਣ, ਉਹਨਾਂ ਦੇ ਮਨਾਂ ਨੂੰ ਕਿਤੇ ਸਿਮਰਨਜੀਤ ਮਾਨ ਦਾ ਕੱਦ ਬੁੱਤ ਅਪੀਲ ਜ਼ਰੂਰ ਕੀਤਾ ਹੈ। ਉਹਨਾਂ ਦੇ ਮਨਾਂ 'ਚ ਉਹਦਾ ਇੱਕ ਸਤਿਕਾਰ ਜ਼ਰੂਰ ਹੈ ਸਿਮਰਜੀਤ ਸਿੰਘ ਮਾਨ ਦਾ। ਸਿਮਰਜੀਤ ਸਿੰਘ ਮਾਨ ਦਾ ਇੱਕੋ ਹੀ ਸਭ ਤੋਂ ਵਧੀਆ ਗੱਲ ਹੈ ਕਿ ਉਹ ਜੋ ਸਟੈਂਡ ਉਹਨਾਂ ਦਾ ਪਹਿਲਾਂ ਸੀ ਉਹ ਉਸੇ ਸਟੈਂਡ 'ਤੇ ਖੜੇ ਨੇ, ਪਰੰਤੂ ਜਿਹੜਾ ਉਹ ਉਹਨਾਂ ਦਾ ਸਟੈਂਡ ਹੈ, ਜੇ ਉਸ ਸਟੈਂਡ ਨੂੰ ਉਹ ਤਿੱਖਾ ਕਰਕੇ ਚੱਲਦੇ ਨੇ, ਜਿਹਨੂੰ ਆਪਾਂ ਥੋੜਾ ਜਿਹਾ ਖਾਲਿਸਤਾਨ ਵੱਲ ਝੁਕਾਅ ਦੀ ਗੱਲ ਕਹਿ ਲਈਏ, ਚਾਹੇ ਉਹ ਖਾਲਿਸਤਾਨ ਨਹੀਂ ਕਹਿੰਦੇ, ਅੱਜ ਕੱਲ੍ਹ ਉਹ ਪੰਜਾਬ ਅਟੋਨਮੀ ਦੀ ਜਾਂ ਸੂਬੇ ਦੀ ਅਟੋਨਮੀ ਦੀ ਗੱਲ ਕਰਦੇ ਨੇ, ਜਿਹਨੂੰ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਅਟੋਨਮੀ ਦੀ ਗੱਲ ਕਰਨਾ ਜਾਂ ਵੱਖਰੀ ਸਟੇਟ ਮੰਗਣਾ ਅਗਰ ਕੋਈ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਮੰਗਦਾ ਹੈ, ਇਹ ਕੋਈ ਮਾੜੀ ਗੱਲ ਨਹੀਂ ਹੈ, ਗੈਰ ਕਾਨੂੰਨੀ ਗੱਲ ਨਹੀਂ ਹੈ। ਪਰੰਤੂ ਜਿਹੜਾ ਸਾਡੇ ਦੇਸ਼ ਦਾ ਵਾਤਾਵਰਣ ਬਣਿਆ ਹੋਇਆ ਹੈ ਉਹਦੇ ਵਿੱਚ ਜੇ ਕੋਈ ਇਹੀ ਜਿਹੀ ਮੰਗ ਅਗਾਂਹ ਵੱਧ ਕੇ ਉੱਠਦੀ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਉਸ ਦਾ ਫਾਇਦਾ ਨੈਸ਼ਨਲ ਲੈਵਲ 'ਤੇ ਬੀਜੇਪੀ ਨੂੰ ਵੱਡੇ ਲੈਵਲ 'ਤੇ ਹੋਏਗਾ ਔਰ ਬੀਜੇਪੀ ਹੋ ਸਕਦੀ ਹੈ ਇਹ ਸੋਚ ਨੂੰ ਆਪਣਾ ਰਾਜਨੀਤਿਕ ਪੈਂਤੜਾ ਬਣਾ ਕੇ
ਸਰਦਾਰ ਸਿਮਰਨਜੀਤ ਸਿੰਘ ਮਾਨ ਲਈ ਸਪੇਸ ਕ੍ਰੀਏਟ ਕਰਨ ਕਿ ਉਹ ਪੰਜਾਬ ਦੇ ਵਿੱਚ ਐਦਾਂ ਦੀ ਮੰਗ ਕਰਨ ਤੇ ਸਾਨੂੰ ਨੈਸ਼ਨਲ ਲੈਵਲ ਤੇ ਜਿਹੜੀ ਇਹ ਮੰਗ ਹੈ ਸਾਨੂੰ ਸੂਟ ਕਰੇ ਤੇ ਬਾਕੀ ਪਾਰਟੀਆਂ ਦਾ ਘਾਣ ਹੋ ਜਾਵੇ। ਉਹਦੇ ਵਿੱਚ ਹੋ ਸਕਦਾ ਬੀਜੇਪੀ ਵੀ ਫਾਇਦੇ 'ਚ ਰਵੇ ਤੇ ਹੋ ਸਕਦਾ ਪੰਜਾਬ 'ਚ ਅਕਾਲੀ ਦਲ ਵੀ ਫਾਇਦੇ 'ਚ ਰਵੇ। ਤੁਰੰਤ ਦੇਖਣ ਨੂੰ ਇਸ ਤਰ੍ਹਾਂ ਦਾ ਪ੍ਰਭਾਵ ਮੈਨੂੰ ਇਹ ਮਿਲਦਾ ਹੈ। ਹਾਂ, ਇਹ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਥੋਂ ਇੱਕ ਸਬਕ ਜ਼ਰੂਰ ਸਿੱਖਣਾ ਚਾਹੀਦਾ ਹੈ ਕਿ ਜਿਸ ਕਿਸਮ ਨਾਲ ਰਾਜ ਸਭਾ ਦੇ ਵਿੱਚ ਮੈਂਬਰਾਂ ਦਾ ਸੌਦਾ ਕਰਕੇ ਜਾਂ ਆਪਦੇ ਮਨਮਰਜ਼ੀ ਦੇ ਮੈਂਬਰ ਭੇਜਣ ਕਰਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਪ੍ਰਭਾਵੀ ਨਹੀਂ ਬਣਾਇਆ। ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਹਲਕੇ ਸਮਝਿਆ ਕਿ ਇਹਨਾਂ ਤੇ ਜੋ ਮਰਜ਼ੀ ਅਸੀਂ ਡਿਕਟੇਟ ਕਰ ਲਾਂਗੇ। ਉਹ ਸੰਗਰੂਰ ਜ਼ਿਲ੍ਹੇ ਨੇ ਜਾਂ ਪੰਜਾਬ ਦੇ ਲੋਕਾਂ ਨੇ ਇਹ ਸਾਬਤ ਕਰਤਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਈਨ ਨਹੀਂ ਕਿਸੇ ਦੀ ਮੰਨਦੇ। ਉਹ ਜਿਹੜਾ ਆਪਣੀ ਸ਼ਾਨੋ ਸ਼ੌਕਤ ਹੈ ਜਾਂ ਆਪਣਾ ਜਿਹੜਾ ਮਾਣ ਸਤਿਕਾਰ ਹੈ ਉਹਦੇ ਸੰਬੰਧ 'ਚ ਉਹ ਸਮਝੌਤਾ ਨਹੀਂ ਕਰਦੇ ਕਿਸੇ ਨਾਲ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਇੱਥੇ ਇੱਕ ਸਬਕ ਲੈਣਾ ਬਣਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਦਾ ਸਤਿਕਾਰ ਬਹਾਲ ਕਰਦੇ ਹੋਏ ਨੀਤੀ ਬਣਾਉਣ। ਬਿਲਕੁਲ, ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਠੀਕ ਤੁਸੀਂ ਵਿਸ਼ਲੇਸ਼ਣ ਕੀਤਾ, ਧੰਨਵਾਦ। ਮਿਹਰਬਾਨੀ ਜੀ। ਜੀ ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਨੇ ਆਮ ਆਦਮੀ ਪਾਰਟੀ ਤੋਂ ਲੈ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੱਕ ਜਿੰਨੇ ਸਾਰੇ ਵਿੱਚ ਫੈਕਟਰ ਕੰਮ ਕਰ ਰਹੇ ਸੀ ਸਾਰੇ ਤੁਹਾਡੇ ਉਹ ਸਾਹਮਣੇ ਰੱਖੇ। ਤੁਸੀਂ ਸਾਨੂੰ ਹਰ ਵਾਰ ਦੀ ਤਰ੍ਹਾਂ ਆਪਣਾ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ ਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਦੇ। ਧੰਨਵਾਦ।